Hello and welcome to Mentoring the Mentors, an institute that accelerates your learning curve, my dear educators, as we have been talking about life skills. So I'm really very happy, glad to know like many of you are liking it, and moreover, it is very useful for you, right? So that is the main point. So as some of you have already requested, like that should be shared in the Punjabi language as well. So my dear educators, I will try my level best to even share the translated copy in Punjabi within a month or so that the next session, the next batch students, they can take a lot of benefit from it. So here in today's video, I'll try to share the same in Punjabi, though it is unedited copy. ये copy अभी ਪ੍ਰੋਪਰਲੀ ਐਡਿਟਡ ਨਹੀਂ ਹੋਈ ਹੈ, ਪਰ ਚਲੋ ਮੈਂ ਆਪਣੀ ਵੱਲੋਂ ਕੋਸ਼ਿਸ਼ ਕਰਦੀ ਹਾਂ ਪੰਜਾਬੀ ਵਿੱਚ ਥੋੜਾ ਜਿਹਾ ਤੁਹਾਨੂੰ ਐਕਸਪਲੇਨ ਕਰਨ ਦੀ। ਲਾਈਫ ਸਕਿੱਲ ਦੀ ਜਦੋਂ ਗੱਲ ਕਰਦੇ ਹਾਂ, ਇਹ ਹੈਗੇ ਆ ਸਾਡੇ ਜੀਵਨ ਦੇ ਹੁਨਰ। ਅਸੀਂ ਇਹਦੇ ਕਨਸੈਪਟ ਦੀ ਗੱਲ ਕਰਦੇ ਹਾਂ, ਯਾਨੀ ਸੰਕਲਪ, ਰਾਈਟ। तो इस विच ਅਸੀਂ ਐਕਸਪਲੇਨ ਕਰਨਾ ਹੈ ਪਹਿਲਾਂ ਕਿ ਜੀਵਨ ਹੁਨਰ ਕੀ ਹੈ। ਜੀਵਨ ਹੁਨਰ ਕਾਬਲੀਅਤਾਂ ਅਤੇ ਯੋਗਤਾਵਾਂ ਦਾ ਇੱਕ ਸਮੂਹ ਹੈ ਜੋ ਵਿਅਕਤੀਆਂ ਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੈਵੀਗੇਟ ਕਰਨ ਦੇ ਯੋਗ ਬਣਾਉਂਦਾ ਹੈ, ਰਾਈਟ। ਹੋ ਸਕਦਾ ਹੈ ਕਿ ਇਹ ਅਨਐਡਿਟਡ ਕਾਪੀ ਹੈ ਔਰ ਇਹਦੇ ਵਿੱਚ ਮੈਂ ਹਲੇ ਬਹੁਤ ਸਾਰੇ ਸ਼ਬਦਾਂ ਨੂੰ ਬਦਲਣਾ ਹੈ, ਰਾਈਟ। ਤੇ ਤੁਹਾਨੂੰ ਬਿਲਕੁਲ ਸਹੀ ਫਾਰਮ ਵਿੱਚ ਤੁਹਾਡੇ ਕੋਲ ਕਰੈਕਟਡ ਫਾਰਮ ਵਿੱਚ, ਐਰਰ ਫ੍ਰੀ ਫਾਰਮ ਵਿੱਚ 1-2 ਮਹੀਨਿਆਂ ਵਿੱਚ ਤੁਹਾਨੂੰ ਇਹ ਬੁੱਕ ਕਿਤਾਬ ਜਿਹੜੀ ਹੈਗੀ ਹੈ ਉਪਲਬਧ ਹੋਏਗੀ, ਰਾਈਟ। ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ। ਪਰ ਹੁਣ ਕੱਲ ਦਾ ਜਿਹੜਾ ਪੇਪਰ ਹੈ ਉਹਦੇ ਵਾਸਤੇ ਮੇਰੇ ਵੱਲੋਂ ਇੱਕ ਕੋਸ਼ਿਸ਼ ਹੈ ਕਿ ਪੰਜਾਬੀ ਵਿੱਚ ਅਗਰ ਤੁਹਾਨੂੰ ਥੋੜਾ ਜਿਹਾ ਕਰ ਸਕਾਂ, ਥੋੜੇ ਜਿਹੇ ਸ਼ਬਦਾਂ ਦਾ ਤੁਸੀਂ ਆਪਣੇ ਆਪ ਟ੍ਰਾਂਸਲੇਟ ਕਰ ਲਿਓ, ਇੰਨਾ ਤੁਸੀਂ ਮੇਰੇ ਨਾਲ ਜ਼ਰੂਰ ਕੋਆਪਰੇਟ ਕਰੋ, ਰਾਈਟ। ਜੀਵਨ ਹੁਨਰ ਹੈ ਕਾਬਲੀਅਤਾਂ ਅਤੇ ਯੋਗਤਾਵਾਂ ਦਾ ਇੱਕ ਸਮੂਹ ਹੈ ਜੋ ਕਿ ਸਾਨੂੰ ਸਾਡੇ ਰੋਜ਼ਾਨਾ ਜੀਵਨ ਦੀਆਂ ਚੁਣੌਤੀਆਂ ਅਤੇ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਸੀਂ ਉਹਨਾਂ ਵਿੱਚੋਂ ਨਿਕਲ ਸਕੀਏ, ਉਹਨਾਂ ਨੂੰ ਫੇਸ ਕਰ ਸਕੀਏ, ਚੁਣੌਤੀਆਂ ਦਾ ਸਾਹਮਣਾ ਕਰ ਸਕੀਏ, ਅਸੀਂ ਉਸ ਕਾਬਿਲ, ਉਸ ਯੋਗ ਬਣ ਸਕੀਏ। ਤੇ ਜੀਵਨ ਹੁਨਰ ਕਾਬਲੀਅਤਾਂ ਤੇ ਯੋਗਤਾਵਾਂ ਦਾ ਇੱਕ ਸਮੂਹ ਹੈ ਜਿਹੜਾ ਕਿ ਹੁਣੇ ਅਸੀਂ ਡਿਸਕਸ ਕੀਤਾ ਹੈ। ਇਹ ਹੁਨਰ ਸਾਡੇ ਨਿੱਜੀ ਅਤੇ ਸਮਾਜਿਕ ਵਿਕਾਸ ਦੇ ਵਾਸਤੇ ਬਹੁਤ ਜ਼ਰੂਰੀ ਹਨ। ਨਿੱਜੀ ਯਾਨੀ ਪਰਸਨਲ, ਸਮਾਜਿਕ ਯਾਨੀ ਸੋਸ਼ਲ, ਸਾਡੇ ਉਸ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਹਨਾਂ ਵਿੱਚ ਕਈ ਤਰ੍ਹਾਂ ਦੀਆਂ ਕਾਬਲੀਅਤਾਂ ਸ਼ਾਮਿਲ ਹਨ, ਜਿਵੇਂ ਕਿ ਸਮੱਸਿਆਵਾਂ ਦਾ ਹੱਲ ਕਰਨਾ, ਫੈਸਲੇ ਲੈਣਾ, ਆਲੋਚਨਾਤਮਕ ਸੋਚ ਯਾਨੀ ਕ੍ਰਿਟੀਕਲ ਥਿੰਕਿੰਗ, ਰਾਈਟ, ਹਮਦਰਦੀ ਯਾਨੀ ਐਮਪੈਥੀ, ਸਵੈ ਜਾਗਰੂਕਤਾ ਯਾਨੀ ਸੈਲਫ ਅਵੇਅਰਨੈਸ, ਸਵੈ ਪ੍ਰਬੰਧਨ ਯਾਨੀ ਕਿ ਸੈਲਫ ਮੈਨੇਜਮੈਂਟ। ਤਾਂ ਜੀਵਨ ਦੇ ਹੁਨਰ ਕਿਸੇ ਖਾਸ ਡੋਮੇਨ ਜਾਂ ਸਥਿਤੀ ਲਈ ਖਾਸ ਨਹੀਂ ਹਨ, ਉਹ ਤਬਦਾਲੇਯੋਗ ਹਨ ਅਤੇ ਸੰਦਰਭਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਲਾਗੂ ਹਨ, ਰਾਈਟ। ਕੀਪ ਔਨ ਚੇਂਜਿੰਗ। ਹਰ ਇੱਕ ਸਾਡੇ ਹੋ ਸਕਦਾ ਸਾਨੂੰ ਜਦੋਂ ਅਸੀਂ ਬੱਚੇ ਹੁੰਨੇ ਆ ਸਾਨੂੰ ਕੁਝ ਹੋਰ ਸਕਿੱਲਸ ਦੀ, ਹੁਨਰਾਂ ਦੀ ਜ਼ਰੂਰਤ ਹੁੰਦੀ ਹੈ। ਥੋੜੇ ਵੱਡੇ ਹੁੰਨੇ ਆ, ਸਾਡੇ ਵਿੱਚ ਹੁਨਰ ਜਿਹੜੇ ਆ ਉਹ ਅਲੱਗ ਤਰ੍ਹਾਂ ਦੇ ਹੋਣੇ ਚਾਹੀਦੇ ਆ। ਜਦੋਂ ਅਸੀਂ ਨੌਕਰੀ ਕਰਨ ਲੱਗ ਜਾਂਦੇ ਆ ਤਾਂ ਸਾਡੇ ਵਿੱਚ ਹੁਨਰ ਅਲੱਗ ਤਰੀਕੇ ਦੇ ਆਣੇ ਚਾਹੀਦੇ ਹੈਗੇ ਆ, ਸਾਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਹੈ। ਵਿਆਹ ਸ਼ਾਦੀ ਹੋ ਜਾਂਦਾ, ਸਾਨੂੰ ਇੰਟਰਪਰਸਨਲ ਸਾਡੇ ਜੋ ਰਿਲੇਸ਼ਨਸ਼ਿਪ ਹੈਗੇ ਆ ਉਹ ਬਿਹਤਰ ਹੋਣੇ ਚਾਹੀਦੇ ਆ, ਰਾਈਟ। ਤੇ ਅਲੱਗ-ਅਲੱਗ ਹੁਨਰਾਂ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਰੂਰਤ ਪੈਂਦੀ ਹੈ। ਤੇ ਸਿੱਖਿਆ ਦਾ ਉਦੇਸ਼ ਜਿਹੜਾ ਹੈ ਉਹ ਵਿਅਕਤੀਆਂ ਨੂੰ ਉਹਨਾਂ ਦੇ ਜੀਵਨ ਨੂੰ ਸਕਾਰਾਤਮਕ ਅਤੇ ਲਾਭਕਾਰੀ ਤਰੀਕੇ ਨਾਲ ਪ੍ਰਬੰਧਿਤ ਕਰਨ ਲਈ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਲੈਸ ਕਰਨਾ ਹੈ, ਰਾਈਟ। ਮਤਲਬ ਇਹ ਕਿ ਸਿੱਖਿਆ ਦਾ ਉਦੇਸ਼ ਕੀ ਹੈ ਕਿ ਸਾਨੂੰ ਸਕਾਰਾਤਮਕ ਸੋਚ ਸਾਡੀ ਡਿਵੈਲਪ ਹੋਵੇ, ਯਾਨੀ ਪੋਜ਼ਿਟਿਵ ਥਿੰਕਿੰਗ, ਔਰ ਸਾਡੇ ਵਿੱਚ ਲੋੜੀਂਦੇ ਯਾਨੀ ਜ਼ਰੂਰੀ ਹੁਨਰ ਅਤੇ ਗਿਆਨ, ਯਾਨੀ ਜਿਹਨੂੰ ਆਪਾਂ ਕਹਿੰਦੇ ਆ ਨੌਲੇਜ ਅਤੇ ਸਕਿੱਲ, ਉਸ ਅਸੀਂ ਉਹਦੇ ਨਾਲ ਪੂਰੀ ਤਰ੍ਹਾਂ ਸੇ ਲੈਸ ਹੋਈਏ, ਮਤਲਬ ਭਰਪੂਰ ਹੋਈਏ, ਰਾਈਟ। ਸੈਕੰਡਰੀ ਸਕੂਲ ਪੜਾਅ ਦੇ ਜੀਵਨ ਦੇ ਹੁਨਰ ਦੀ ਧਾਰਨਾ ਕੀ ਹੈ? ਜੀਵਨ ਹੁਨਰ ਉਹ ਯੋਗਤਾਵਾਂ ਅਤੇ ਗਿਆਨ ਹਨ ਜੋ ਵਿਅਕਤੀਆਂ ਨੂੰ ਨਿੱਜੀ ਅਤੇ ਪੇਸ਼ੇਵਰ ਡੋਮੇਨਾਂ, ਯਾਨੀ ਦੋਨੋਂ ਤਰ੍ਹਾਂ ਦੇ ਜੋ ਆਸਪੈਕਟ ਹੈ ਉਹਨਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਪਾਂ ਬਤੀਤ ਕਰ ਸਕੀਏ, ਉਹਨਾਂ ਦਾ ਸਾਹਮਣਾ ਕਰ ਸਕੀਏ, ਸਾਨੂੰ ਉਹਦੇ ਵਾਸਤੇ ਉਹ ਯੋਗ ਬਣਾਉਂਦੇ ਹੈ, ਠੀਕ ਹੈ। ਤੇ ਅਸੀਂ ਕੁਝ ਇੱਕ ਪੜਾਅ ਜਿਹੜੇ ਹੈਗੇ ਆ ਉਹ ਇਸ ਤਰੀਕੇ ਨਾਲ ਹੈ। ਸੰਚਾਰ, ਜਿਹਨੂੰ ਆਪਾਂ ਕਹਿੰਦੇ ਇਫੈਕਟਿਵ ਕਮਿਊਨੀਕੇਸ਼ਨ, ਇਹ ਸਾਰੇ ਰਿਸ਼ਤਿਆਂ ਦੀ ਬੁਨਿਆਦ ਹੈ ਅਤੇ ਵਿਦਿਆਰਥੀਆਂ ਵਿੱਚ ਅਲੱਗ-ਅਲੱਗ ਸੈਟਿੰਗ ਵਿੱਚ ਦੂਜਿਆਂ ਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨਾ ਸਿੱਖਣਾ ਚਾਹੀਦਾ ਹੈ। ਸਾਡਾ ਜਿਹੜਾ ਹੈ ਸੰਚਾਰ ਯਾਨੀ ਕਮਿਊਨੀਕੇਸ਼ਨ ਉਹ ਸਾਡੀ ਇਫੈਕਟਿਵ ਹੋਣੀ ਚਾਹੀਦੀ ਹੈ, ਯਾਨੀ ਉਹ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਸਮੱਸਿਆ ਹੱਲ ਕਰਨ ਦੇ ਜਿਹੜੇ ਸਾਡੇ ਤਰੀਕੇ ਨੇ, ਯਾਨੀ ਪ੍ਰੋਬਲਮ ਸੋਲਵਿੰਗ ਟੈਕਨੀਕਸ ਹੈਗੀਆਂ ਹੈ, ਉਹ ਸਾਨੂੰ ਐਜ਼ ਅ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਸਾਨੂੰ ਲਾਇਕ ਬਣਾਉਣਾ ਚਾਹੀਦਾ ਹੈ ਕਿ ਅਸਲ ਜੀਵਨ ਦੀਆਂ ਸਥਿਤੀਆਂ ਵਿੱਚ ਕੋਈ ਗੁੰਝਲਦਾਰ ਮੁੱਦੇ ਹੁੰਦੇ ਹੈ, ਉਹਦੇ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਆਲੋਚਨਾਤਮਕ ਸੋਚ ਚਾਹੀਦੀ ਹੁੰਦੀ, ਯਾਨੀ ਕ੍ਰਿਟੀਕਲ ਥਿੰਕਿੰਗ। ਸਮੱਸਿਆਵਾਂ ਨੂੰ ਹੱਲ ਕਰਨ ਦੇ ਹੁਨਰ ਯਾਨੀ ਪ੍ਰੋਬਲਮ ਸੋਲਵਿੰਗ ਸਕਿੱਲਸ ਇਹ ਡਿਵੈਲਪ ਹੋਣੀਆਂ ਚਾਹੀਦੀਆਂ।
ਉਸ ਤੋਂ ਬਾਅਦ ਹੈ ਫੈਸਲੇ ਲੈਣਾ ਯਾਨੀ ਕਿ ਡਿਸੀजन ਮੇਕਿੰग। ਐਡੋਲੈਸੈਂਸ ਯਾਨੀ ਕਿ ਕਿਸ਼ੋਰ ਅਵਸਥਾ ਇੱਕ ਬਹੁਤ ਹੀ ਨਾਜ਼ੁਕ ਸਮਾਂ ਹੁੰਦਾ ਹੈ, ਜਿਹਦੇ ਵਿੱਚ ਵਿਦਿਆਰਥੀ ਸੁਤੰਤਰ ਫੈਸਲੇ ਲੈਣਾ ਸ਼ੁਰੂ ਕਰਦੇ ਨੇ। ਜਦੋਂ ਬੱਚੇ ਟੀਨੇਜ ਜਾਂ ਐਡੋਲੈਸੈਂਸ 'ਚ ਜਾਂਦੇ ਨੇ ਤਾਂ ਉਹ ਸੁਤੰਤਰ ਆਪਣੇ ਫੈਸਲੇ ਲੈਣਾ ਸ਼ੁਰੂ ਕਰ ਦਿੰਦੇ ਨੇ ਕਿ ਜਦੋਂ ਮਾਪਿਓ ਉਹਨਾਂ ਨੂੰ ਸਮਝਾਉਂਦੇ ਨੇ ਕਿ ਇਹ ਕਰਨਾ ਉਹ ਕਰਨਾ, ਤਾਂ ਕੀ ਜਵਾਬ ਦਿੰਦੇ ਆ ਕਿ ਮੈਨੂੰ ਪਤਾ ਹੈ, ਮੈਨੂੰ ਬਥੇਰਾ ਪਤਾ ਹੈ ਕਿ ਕੀ ਕਰਨਾ, ਹੁਣ ਮੈਂ ਵੱਡਾ ਹੋ ਗਿਆ, ਮੈਂ ਆਪਣੇ ਫੈਸਲੇ ਖੁਦ ਲੈ ਸਕਦਾ। ਤੇ ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਕਦਰਾਂ ਕੀਮਤਾਂ, ਤਰਜੀਹਾਂ ਤੇ ਅਨੁਭਵਾਂ ਦੇ ਆਧਾਰ ਤੇ ਸੂਚਿਤ ਫੈਸਲੇ ਕਿਵੇਂ ਲੈਣੇ ਹਨ। ਤੇ ਉਹਨਾਂ ਨੂੰ ਅਸੀਂ ਰੈਡੀ ਕਰਨਾ ਹੈ। ਸਕੂਲ 'ਚ ਸਾਡੇ ਅਧਿਆਪਕਾਂ ਦੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਸਮਝਾਈਏ ਕਿ ਉਹ ਫੈਸਲੇ ਦੂਸਰਿਆਂ ਦੇ ਪ੍ਰਭਾਵ ਦੀ ਨਾ ਕਰ ਨਹੀਂ ਲੈਣੇ ਕਿ ਮੇਰੇ ਦੋਸਤ ਨੇ, ਮੇਰੇ ਮਿੱਤਰ ਨੇ ਇਹ ਕੀਤਾ ਤਾਂ ਮੈਂ ਵੀ ਉਹੀ ਕਰਨਾ ਹੈ। ਕਈ ਵਾਰ ਬੱਚੇ ਗਲਤ ਰਾਸਤੇ ਤੇ ਚੱਲ ਪੈਂਦੇ ਨੇ ਤੇ ਉਹਨਾਂ ਨੂੰ ਫੈਸਲੇ ਕਿਸ ਤਰੀਕੇ ਨਾਲ ਲੈਣੇ ਆ ਉਹ ਸਾਨੂੰ ਸਾਡਾ ਸਮਝਾਉਣਾ ਫਰਜ਼ ਹੈ। ਤੇ ਉਸ ਤੋਂ ਬਾਅਦ ਹੈ ਟਾਈਮ ਮੈਨੇਜਮੈਂਟ ਯਾਨੀ ਸਮੇਂ ਦਾ ਪ੍ਰਬੰਧਨ। ਸਮੇਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਉਹਦਾ ਪ੍ਰਬੰਧਨ ਕਰਨਾ ਇੱਕ ਮਹੱਤਵਪੂਰਨ ਜੀਵਨ ਹੁਨਰ ਹੈ, ਜਿਹੜਾ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪਾਠਕ੍ਰਮ ਯਾਨੀ ਅਕੈਡਮਿਕਸ ਤੋਂ ਬਾਹਰ ਦੀਆਂ ਗਤੀਵਿਧੀਆਂ ਹੈ ਉਹਨਾਂ ਵਿੱਚ ਵੀ ਉਹਨਾਂ ਨੂੰ ਵੀ ਸੰਤੁਲਿਤ ਕਰਨ ਦਾ ਮੌਕਾ ਦੇਗਾ। ਚਾਹੇ ਤੁਸੀਂ ਕਿਸੇ ਸਕੂਲ ਦੇ ਵਿੱਚ ਪੜ੍ਹ ਰਹੇ ਹੋ, ਚਾਹੇ ਵੱਡੇ ਹੋ ਕੇ ਨੌਕਰੀ ਕਰ ਰਹੇ ਹੋ, ਜ਼ਿੰਦਗੀ ਦੇ ਹਰ ਪੜਾਅ ਤੇ ਤੁਹਾਨੂੰ ਟਾਈਮ ਮੈਨੇਜਮੈਂਟ ਯਾਨੀ ਸਮੇਂ ਦੇ ਜੋ ਹੈ ਪ੍ਰਭਾਵਸ਼ਾਲੀ ਪ੍ਰਬੰਧਨ ਦੀ ਜ਼ਰੂਰਤ ਪੈਂਦੀ ਹੈ। ਨੈਕਸਟ ਹੈ ਵਿੱਤੀ ਸਾਖਰਤਾ। ਵਿਦਿਆਰਥੀਆਂ ਨੂੰ ਭਵਿੱਖ ਵਿੱਚ ਚੰਗੇ ਵਿੱਤੀ ਫੈਸਲੇ ਲੈਣ ਵਿੱਚ ਮਦਦ ਕਰਨ ਲਈ ਬੁਨਿਆਦੀ ਵਿੱਤੀ ਸਾਖਰਤਾ ਹੁਨਰ ਸਿੱਖਣੇ ਚਾਹੀਦੇ ਨੇ। ਵਿੱਤੀ ਸਾਖਰ ਦਾ ਮਤਲਬ ਫਾਈਨੈਂਸ਼ੀਅਲ ਲਿਟਰੇਸੀ, ਕਿ ਸਾਡੇ ਕੋਲ ਜੋ ਸਾਡਾ ਰੁਪਇਆ ਪੈਸਾ ਅਸੀਂ ਜਮ੍ਹਾਂ ਕਰਕੇ ਰੱਖਿਆ ਹੈ ਜਾਂ ਅਸੀਂ ਅੱਗੇ ਕਮਾਣਾ ਹੈ, ਉਹਨੂੰ ਅਸੀਂ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਹੈ, ਉਹਨੂੰ ਸਹੀ ਤਰੀਕੇ ਨਾਲ ਕਿੱਥੇ ਇਨਵੈਸਟ ਕਰਨਾ ਹੈ, ਜਿਵੇਂ ਕਿ ਬਜਟ ਬਣਾਉਣਾ, ਬਚਤ ਕਰਨਾ, ਨਿਵੇਸ਼ ਕਰਨਾ, ਇਹ ਸਾਰੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ। ਉਸ ਤੋਂ ਬਾਅਦ ਹੈ ਸਾਡੇ ਕੋਲ ਸਵੈ ਜਾਗਰੂਕਤਾ ਯਾਨੀ ਕਿ ਸੈਲਫ ਅਵੇਅਰਨੈਸ। ਸੈਕੰਡਰੀ ਸਕੂਲ ਦੇ ਆਪਾਂ ਵਿਦਿਆਰਥੀਆਂ ਦੀ ਗੱਲ ਕਰਨੀ ਹੈ ਤੇ ਪੂਰਾ ਸਾਡੀ ਜਿਹੜੀ ਕਿਤਾਬ ਹੈ, ਸਾਡਾ ਇਹ ਪੇਪਰ ਹੈ, ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਵਾਸਤੇ ਹੀ ਹੈ। ਤੇ ਉਹਨਾਂ ਨੂੰ ਸਵੈ ਜਾਗਰੂਕ ਯਾਨੀ ਆਪਣੀਆਂ ਸ਼ਕਤੀਆਂ ਤੇ ਆਪਣੀਆਂ ਕਮਜ਼ੋਰੀਆਂ ਦੀ ਪਛਾਣ ਕਰਨੀ ਉਹਨਾਂ ਨੂੰ ਆਣੀ ਚਾਹੀਦੀ ਹੈ। ਆਪਣੀਆਂ ਭਾਵਨਾਵਾਂ ਦਾ ਪ੍ਰਬੰਧਨ ਕਰਨਾ ਯਾਨੀ ਆਪਣੀਆਂ ਇਮੋਸ਼ਨਸ ਨੂੰ ਕੰਟਰੋਲ ਕਰਨਾ, ਉਹਨਾਂ ਬਾਰੇ ਜਾਣਨਾ। ਸਵੈ ਵਿਸ਼ਵਾਸ ਯਾਨੀ ਸੈਲਫ ਕੌਨਫੀਡੈਂਸ ਅਤੇ ਸਵੈ ਜਾਗਰੂਕਤਾ ਯਾਨੀ ਸੈਲਫ ਅਵੇਅਰਨੈਸ ਦੇ ਜਿਹੜੇ ਹੁਨਰ ਹੈ ਉਹਨਾਂ ਨੂੰ ਆਪਣੇ ਚ ਵਿਕਸਿਤ ਕਰਨੇ ਆਣੇ ਚਾਹੀਦੇ ਨੇ। ਉਹ ਕਿਵੇਂ ਹੋਣਗੇ? ਜੋ ਐਜ਼ ਅਧਿਆਪਕ, ਐਜ਼ ਅ ਟੀਚਰਸ ਅਸੀਂ ਉਹਨਾਂ ਦੀ ਮਦਦ ਕਰਾਂਗੇ, ਅਸੀਂ ਉਹਨਾਂ ਦੀਆਂ ਐਕਟੀਵਿਟੀਜ਼ ਕਰਾਵਾਂਗੇ। ਉਸ ਤੋਂ ਬਾਅਦ ਹੈ ਟੀਮ ਵਰਕ, ਜਿਹਨੂੰ ਕਹਿੰਦੇ ਨੇ ਕੋਲੈਬੋਰੇਸ਼ਨ ਵੀ। ਇਹ ਵੀ 21ਵੀਂ ਸ਼ਤਾਬਦੀ ਦੀਆਂ ਜਿਹੜੀਆਂ ਆਪਾਂ ਸਕਿੱਲ ਜਾਂ ਹੁਨਰਾਂ ਦੀ ਗੱਲ ਕਰਦੇ ਹਾਂ, ਇਹ ਉਹਨਾਂ ਵਿੱਚੋਂ ਇੱਕ ਹੈ। ਟੀਮਾਂ ਵਿੱਚ ਕੰਮ ਕਰਨਾ ਜੀਵਨ ਦੇ ਲਗਭਗ ਸਾਰੇ ਪਹਿਲੂਆਂ ਵਿੱਚ ਜ਼ਰੂਰੀ ਹੈ ਅਤੇ ਵਿਦਿਆਰਥੀਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਦੂਜਿਆਂ ਨਾਲ ਕਿਵੇਂ ਸਹਿਯੋਗ ਕਰਨ, ਨਹੀਂ ਗਰੁੱਪ ਵਰਕ ਯਾਨੀ ਟੀਮ ਵਰਕਸ ਕਿਵੇਂ ਕੰਮ ਕਰਨ, ਮਿਲ ਕੇ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਂਦਾ ਹੈ। ਤੇ ਸੈਕੰਡਰੀ ਸਕੂਲ ਦੇ ਇਹ ਸਾਡੇ ਹੈਗੇ ਆ ਜੀਵਨ ਦੇ ਹੁਨਰ। ਤੇ ਹੁਣ ਅਸੀਂ ਅੱਗੇ ਗੱਲ ਕਰਨੀ ਹੈ, ਜਿਹੜੀ ਅਸੀਂ ਪੁੱਛਣ ਲੱਗੇ ਹੈ ਜੀਵਨ ਦੇ ਹੁਨਰ ਦਾ ਸਕੋਪ, ਯਾਨੀ ਪਹਿਲਾਂ ਅਸੀਂ ਕੀ ਡਿਸਕਸ ਕੀਤਾ ਸੀਗਾ, ਜੀਵਨ ਦੇ ਹੁਨਰ ਦਾ ਸੰਕਲਪ ਯਾਨੀ ਕਨਸੈਪਟ। ਹੁਣ ਅਸੀਂ ਗੱਲ ਕਰਨੀ ਹੈ ਸਕੋਪ ਦੀ, ਕਿ ਇਹਦਾ ਦਾਇਰਾ ਕੀ ਹੈ, ਕਿੱਥੇ ਕਿੱਥੇ ਤੱਕ ਇਹਦਾ ਦਾਇਰਾ ਹੈ। ਇਹਦਾ ਦਾਇਰਾ ਜਿਵੇਂ ਤੁਸੀਂ ਇਸ ਸਟੇਟਮੈਂਟ 'ਚ ਪੜ੍ਹਦੇ ਹੋ, ਸਭ ਤੋਂ ਪਹਿਲੀ ਇੱਕ ਲਾਈਨ 'ਚ ਲਿਖਿਆ ਹੋਇਆ ਹੈ ਕਿ ਜੀਵਨ ਦੇ ਹੁਨਰ ਦਾ ਦਾਇਰਾ ਵਿਸ਼ਾਲ ਹੈਗਾ ਹੈ। ਜੀਵਨ ਦੇ ਹੁਨਰ ਦਾ ਜਿਹੜਾ ਦਾਇਰਾ ਹੈ, ਇਹ ਸਾਡੇ ਕਿਸੇ ਨਿੱਜੀ, ਸਮਾਜਿਕ ਜਾਂ ਪੇਸ਼ੇਵਰ ਜੀਵਨ ਦੇ ਪਹਿਲੂਆਂ ਦੇ ਨਾਲ ਹੀ ਨਹੀਂ ਜੁੜਿਆ ਹੋਇਆ। ਇਹ ਸਾਰਿਆਂ ਨੂੰ ਜਿਹੜਾ ਹੈਗਾ ਹੈ, ਉਹ 'ਚ ਸਾਰੇ ਕੇ ਸਾਰੇ ਪਹਿਲੂ ਸਾਡੇ ਜ਼ਿੰਦਗੀ ਦੇ ਜਿਹੜੇ ਉਹ ਸ਼ਾਮਿਲ ਹੁੰਦੇ ਆ। ਤੇ ਜੀਵਨ ਦੇ ਹੁਨਰ ਕਾਬਲੀਅਤਾਂ, ਯੋਗਤਾਵਾਂ ਦੇ ਇਸ ਸਮੂਹ ਨੂੰ ਦਰਸਾਉਂਦੇ ਹੈ ਕਿ ਜੋ ਵਿਅਕਤੀਆਂ ਨੂੰ ਜੀਵਨ ਦੀਆਂ ਗੁੰਝਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਹਨਾਂ ਨੂੰ ਨੈਵੀਗੇਟ ਕਰਨ ਦੇ ਯੋਗ ਬਣਾਉਂਦੇ ਹੈ, ਕਿ ਆਪਾਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਉਹਨਾਂ ਦਾ ਫੈਸਲਾ, ਉਹਨਾਂ ਦਾ ਸਾਹਮਣਾ ਕਰ ਸਕੀਏ। ਜੋ ਜ਼ਿੰਦਗੀ ਦੇ ਸਾਨੂੰ ਚੈਲੰਜ ਆਉਂਦੇ ਹੈਗੇ ਹੈ, ਰਾਈਟ, ਤਾਂ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਦਾ ਸਾਹਮਣਾ ਕਰਦੇ ਹੋਏ ਜੀ ਆਪਣੇ ਜੀਵਨ ਵਿੱਚ ਅੱਗੇ ਵਧੀਏ। ਤੇ ਤੁਸੀਂ ਇਹਦੇ ਵਿੱਚ ਅੱਗੇ ਦੇ ਦਾਇਰੇ ਦੀ ਜਦੋਂ ਗੱਲ ਕਰਾਂਗੇ, ਪੂਰੀ ਪੜਚੋਲ ਕਰਾਂਗੇ, ਤਾਂ ਸਭ ਤੋਂ ਪਹਿਲਾਂ ਤੁਸੀਂ ਗੱਲ ਕਰਦੇ ਨਿੱਜੀ ਵਿਕਾਸ ਵਾਸਤੇ। ਤੁਸੀਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਉਹ ਐਕਸਪਲੇਨ ਕਰ ਸਕਦੇ ਆ, ਸਾਰੇ ਹੁਨਰ, ਕਿ ਕਿਸ ਤਰੀਕੇ ਨਾਲ ਸੈਲਫ ਰਿਫਲੈਕਸ਼ਨ, ਆਪਣਾ ਸਮੇਂ ਦਾ ਪ੍ਰਬੰਧਨ, ਠੀਕ ਹੈ, ਲਚਕੀਲਾਪਨ ਯਾਨੀ ਫਲੈਕਸੀਬਿਲਿਟੀ, ਡਾਇਨਾਮਿਕ, ਜੋ ਇਦਾਂ ਦੀਆਂ ਜਿਹੜੀਆਂ ਸਾਡੀਆਂ ਕੁਆਲਿਟੀਆਂ ਹੈ, ਤੁਸੀਂ ਉਹ ਸਾਰੀਆਂ ਜਿਹੜੀਆਂ ਸੈਲਫ ਮੈਨੇਜਮੈਂਟ ਦੀਆਂ ਹੈਗੀਆਂ ਉਹਨਾਂ ਨੂੰ ਇੱਥੇ ਐਕਸਪਲੇਨ ਕਰ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਹੈ ਪਰਸਪਰ ਸੰਬੰਧ। ਪਰਸਪਰ ਸੰਬੰਧ ਯਾਨੀ ਕਿ ਇੰਟਰ ਪਰਸਨਲ ਰਿਲੇਸ਼ਨਸ਼ਿਪ, ਕਿ ਸਿਹਤਮੰਦ ਰਿਸ਼ਤੇ। ਤੁਸੀਂ ਇਹਨਾਂ ਨੂੰ ਐਕਸਪਲੇਨ ਕਰੋਗੇ ਕਿ ਸਿਹਤਮੰਦ ਰਿਸ਼ਤੇ ਅਸੀਂ ਕਿਵੇਂ ਬਣਾ ਸਕਦੇ ਹਾਂ। ਤੁਹਾਨੂੰ ਵੀ ਪਤਾ ਹੈ ਕਿ ਪ੍ਰਭਾਵਸ਼ਾਲੀ ਸੰਚਾਰ ਯਾਨੀ ਇਫੈਕਟਿਵ ਕਮਿਊਨੀਕੇਸ਼ਨ, ਹਮਦਰਦੀ ਯਾਨੀ ਕਿ ਐਮਪੈਥੀ,
ਕਿਰਿਆਸ਼ੀਲ ਸੁਣਨਾ ਯਾਨੀ ਐਕਟਿਵ ਲਿਸਨਿੰਗ, ਵਿਵਾਦ ਦਾ ਨਿਪਟਾਰਾ ਯਾਨੀ ਕਿ ਕਨਫਲਿਕਟ ਰੈਜ਼ੋਲਿਊਸ਼ਨ। ਇਹ ਕਰਨ ਦੇ ਜਿਹੜੇ ਹੁਨਰ ਹੈਗੇ ਆ, ਇਹ ਵਿਅਕਤੀਆਂ ਨੂੰ ਦੂਸਰਿਆਂ ਨਾਲ ਜੁੜਨਾ, ਵਿਸ਼ਵਾਸ ਪੈਦਾ ਕਰਨਾ, ਅੰਤਰ ਵਿਅਕਤੀਗਤ ਗਤੀਸ਼ੀਲਤਾ ਨੂੰ ਸਫਲਤਾਪੂਰਵਕ ਨੈਵੀਗੇਟ ਕਰਨ ਦੇ ਯੋਗ ਬਣਾਉਂਦੇ ਆ। ਇਹ ਹੁਨਰ ਨਿੱਜੀ ਦੋਸਤਾਂ ਸੰਬੰਧਾਂ, ਦੋਸਤੀਆਂ, ਪੇਸ਼ੇਵਰ ਸਹਿਯੋਗ ਵਿੱਚ ਜ਼ਰੂਰੀ ਨੇ। ਚਾਹੇ ਤੁਸੀਂ ਸਾਡੇ ਨਿੱਜੀ ਸੰਬੰਧ ਹੋ, ਕਿਸੇ ਦੇ ਨਾਲ ਤੁਹਾਡਾ ਦੋਸਤੀ ਹੈ, ਪਿਆਰ ਹੈ, ਠੀਕ ਹੈ, ਤੁਹਾਡੇ ਕੁਝ ਪ੍ਰੋਫੈਸ਼ਨਲ ਲਾਈਫ ਜਾਂ ਪੇਸ਼ੇਵਰ ਤੁਹਾਡੀ ਜਿਹੜਾ ਹੈ ਤੁਹਾਡਾ ਏਰੀਆ, ਤੁਸੀਂ ਉਹਦੀ ਗੱਲ ਕਰਦੇ ਹੋ, ਆਪਣੀ ਜੌਬ ਦੀ ਗੱਲ ਕਰਦੇ ਹੋ, ਤੁਹਾਨੂੰ ਉਹਦੇ ਵਿੱਚ ਵੀ ਇਹ ਬਹੁਤ ਸਹਾਇਕ ਸਾਬਿਤ ਹੁੰਦੇ ਹੈ। ਸੰਚਾਰ ਅਤੇ ਸਮਾਜਿਕ ਹੁਨਰ, ਰਾਈਟ। ਅਸੀਂ ਇੱਥੇ ਗੱਲ ਕਰਦੇ ਹਾਂ ਸੋਸ਼ਲ ਸਕਿੱਲਸ ਦੀ। ਜੀਵਨ ਦੇ ਹੁਨਰਾਂ ਵਿੱਚ ਪ੍ਰਭਾਵਸ਼ਾਲੀ ਸੰਚਾਰ, ਇਫੈਕਟਿਵ ਕਮਿਊਨੀਕੇਸ਼ਨ, ਚਾਹੇ ਉਹ ਜਿਹੜਾ ਕਮਿਊਨੀਕੇਸ਼ਨ ਪ੍ਰਭਾਵਿਕ ਸੰਚਾਰ ਹੈ, ਚਾਹੇ ਉਹ ਮੌਖਿਕ ਹੋਵੇ ਤੇ ਚਾਹੇ ਉਹ ਗੈਰ ਮੌਖਿਕ। ਸਮਾਜਿਕ ਹੁਨਰ ਇਹ 'ਚ ਸ਼ਾਮਿਲ ਹੁੰਦੇ ਹੈ। ਇਹ ਹੁਨਰ ਵਿਅਕਤੀਆਂ ਨੂੰ ਆਪਣੇ ਆਪ ਨੂੰ ਸਪਸ਼ਟ ਤੌਰ ਤੇ ਪ੍ਰਗਟ ਕਰਨ, ਕਿ ਅਸੀਂ ਆਪਣੇ ਆਪ ਨੂੰ ਸਪਸ਼ਟ ਰੂਪ 'ਚ ਆਪਣਾ ਪ੍ਰਗਟ ਕਰ ਸਕੀਏ, ਜੋ ਅਸੀਂ ਕਿਸੇ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਸਮਝਾ ਸਕੀਏ। ਤੇ ਮਜ਼ਬੂਤ ਸੰਚਾਰ ਹੁਨਰ ਸਫਲ ਸੰਬੰਧਾਂ ਨੂੰ ਉਤਸ਼ਾਹਿਤ ਕਰਦੇ ਨੇ। ਅਗਰ ਸਾਡਾ ਬਹੁਤ ਵਧੀਆ ਜਿਹੜਾ ਹੈ ਸੰਚਾਰ ਦਾ ਤਰੀਕਾ ਹੈ, ਬਹੁਤ ਹੀ ਪ੍ਰਭਾਵਸ਼ਾਲੀ ਹੈ, ਤਾਂ ਸਾਡੇ ਜਿਹੜੇ ਸਮਾਜਿਕ ਹੁਨਰ ਹੈ ਉਹ ਵੀ ਬਿਹਤਰ ਹੋ ਜਾਂਦੇ ਨੇ। ਸਾਡੇ ਸਮਾਜ ਵਿੱਚ ਦੂਸਰਿਆਂ ਦੇ ਜਿਹੜੇ ਰਿਸ਼ਤੇ ਹੈ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਹੈ ਉਹ ਅੱਗੇ ਅੱਗੇ ਵਧਦੇ ਰਹਿੰਦੇ ਨੇ, ਰਾਈਟ। ਸਮਾਜਿਕ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਹੱਲ ਕਰਨਾ, ਉਹਨਾਂ ਦੇ ਫੈਸਲੇ ਲੈਣਾ, ਯਾਨੀ ਕਿ ਡਿਸੀਜਨ ਮੇਕਿੰਗ ਐਂਡ ਪ੍ਰੋਬਲਮ ਸੋਲਵਿੰਗ। ਤੇ ਜੀਵਨ ਦੇ ਜਿਹੜੇ ਹੁਨਰ ਹੈ ਉਹ ਵਿਅਕਤੀਆਂ ਨੂੰ ਸਮੱਸਿਆਵਾਂ ਨੂੰ ਹੱਲ ਕਰਨ ਦਾ, ਉਹਨਾਂ ਦੇ ਫੈਸਲੇ ਲੈਣ ਦਾ, ਯੋਗਤਾਵਾਂ ਦੇ ਉਹਨਾਂ ਦੀਆਂ ਯੋਗਤਾਵਾਂ ਦੇ ਨਾਲ ਲੈਸ ਕਰਦੇ ਨੇ। ਇਹਨਾਂ ਹੁਨਰਾਂ ਵਿੱਚ ਆਲੋਚਨਾਤਮਕ ਸੋਚ ਯਾਨੀ ਕ੍ਰਿਟੀਕਲ ਥਿੰਕਿੰਗ, ਸਥਿਤੀਆਂ ਦਾ ਵਿਸ਼ਲੇਸ਼ਣ ਕਰਨਾ, ਵਿਕਲਪਾਂ ਦਾ ਮੁਲਾਂਕਣ ਕਰਨਾ, ਯਾਨੀ ਕਿ ਸਿਚੁਏਸ਼ਨ ਨੂੰ ਦੇਖਣਾ, ਫਿਰ ਜਿਹੜੇ ਸਾਡੇ ਕੋਲ ਅਲੱਗ-ਅਲੱਗ ਵਿਕਲਪ ਹੈਗੇ ਉਹਨਾਂ ਦਾ ਮੁਲਾਂਕਣ ਕਰਨਾ, ਯਾਨੀ ਉਹਨਾਂ ਨੂੰ ਇਵੈਲੂਏਟ ਕਰਨਾ ਕਿ ਉਹਨਾਂ ਅਲੱਗ-ਅਲੱਗ ਵਿਕਲਪਾਂ ਯਾਨੀ ਕਿ ਆਪਸ਼ਨ ਵਿੱਚੋਂ ਕਿਹੜਾ ਵਿਕਲਪ ਜਿਹੜਾ ਹੈ ਉਹ ਬਿਹਤਰ ਹੈ। ਅਤੇ ਸੂਚਿਤ ਚੋਣਾਂ ਕਰਨਾ ਸ਼ਾਮਿਲ ਹੈ, ਰਾਈਟ। ਸੂਚਿਤ ਚੋਣਾਂ ਮਤਲਬ ਕਿ ਜੋ ਉਚਿਤ ਉਹਨਾਂ ਵਿੱਚੋਂ ਆਪਸ਼ਨ ਹੈ, ਵਿਕਲਪ ਹੈ, ਅਸੀਂ ਉਹਨਾਂ ਹੀ ਉਹਦੀ ਚੋਣ ਕਰੀਏ। ਸਮੱਸਿਆ ਹੱਲ ਕਰਨਾ, ਉਹਦੇ ਫੈਸਲੇ ਲੈਣ ਦੇ ਹੁਨਰ ਰੋਜ਼ਾਨਾ ਜੀਵਨ ਦੇ ਨਾਲ ਸਾਡੇ ਅਕੈਡਮਿਕ ਅਤੇ ਜਿਹੜਾ ਪ੍ਰੋਫੈਸ਼ਨਲ ਲਾਈਫ ਹੈ, ਪੇਸ਼ੇਵਰ ਸੈਟਿੰਗਾਂ ਵਿੱਚ ਵੀ ਉਹ ਜ਼ਰੂਰੀ ਹਨ। ਅਗਰ ਅਸੀਂ ਗੱਲ ਕਰੀਏ ਕਰੀਅਰ ਅਤੇ ਰੁਜ਼ਗਾਰ ਯੋਗਤਾ ਦੇ ਹੁਨਰ, ਰਾਈਟ। ਕਰੀਅਰ ਤੇ ਇੰਪਲੋਏਬਿਲਟੀ ਜਿਹੜੀ ਸਕਿੱਲਸ ਹੈ ਅਸੀਂ ਉਹਦੀ ਗੱਲ ਕਰਦੇ ਹਾਂ। ਤੇ ਜੀਵਨ ਹੁਨਰ ਜਿਹੜੇ ਸਾਡੇ ਹੈ ਉਹ ਕੈਰੀਅਰ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹੈ। ਉਹਨਾਂ ਵਿੱਚ ਅਨੁਕੂਲਨਤਾ, ਸਾਡੀ ਲੀਡਰਸ਼ਿਪ ਯਾਨੀ ਆਪਣਾ ਅੱਗੇ ਵੱਧ ਕੇ ਦੂਸਰਿਆਂ ਨੂੰ ਵੀ ਲੀਡ ਕਰਨਾ, ਟੀਮ ਵਰਕ, ਸਮੇਂ ਦਾ ਪ੍ਰਬੰਧਨ, ਠੀਕ ਹੈ, ਗਰੁੱਪ 'ਚ ਕੰਮ ਕਰਨਾ, ਨਵੀਨਤਾ ਵਰਗੇ ਹੁਨਰ ਜਿਹੜੇ ਆ ਉਹ ਇਹਦੇ ਵਿੱਚ ਆਉਂਦੇ ਹੈ। ਅਗਰ ਅਸੀਂ ਗੱਲ ਕਰੀਏ ਕਿ ਸਿਹਤ ਅਤੇ ਤੰਦਰੁਸਤੀ, ਜਦ ਤੱਕ ਸਿਹਤ ਹੀ ਸਹੀ ਨਹੀਂ ਹੈਗੀ ਤਾਂ ਕਿਵੇਂ ਹੋਰ ਕੁਝ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸਾਡਾ ਇਹ ਹੁਨਰ ਸਾਡੇ 'ਚ ਹੋਣਾ ਬਹੁਤ ਜ਼ਰੂਰੀ ਹੈ। ਔਰ ਜਿਹੜੀ ਸਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨਾਲ ਸੰਬੰਧਿਤ ਪਹਿਲੂਆਂ ਨੂੰ ਸ਼ਾਮਿਲ ਕਰਦੇ ਹੈ, ਜਿਵੇਂ ਕਿ ਤਣਾਅ ਦਾ ਕਿਵੇਂ ਪ੍ਰਬੰਧਨ ਕਰਨਾ ਹੈ, ਸਵੈ ਸੰਭਾਲ ਕਿਵੇਂ ਕਰਨੀ ਹੈ, ਭਾਵਨਾਤਮਕ ਨਿਯਮ ਅਤੇ ਲਚਕੀਲੇਪਨ ਵਰਗੀਆਂ ਹੁਨਰ ਜੋ ਇਹ ਵਾਲੇ ਹੈਗੇ ਹੈ, ਇਹ ਸਮੁੱਚੀ ਸਿਹਤ ਅਤੇ ਤੰਦਰੁਸਤੀ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ। ਇਹ ਜਿਹੜੇ ਹੁਨਰ ਨੇ ਇਹ ਸਾਨੂੰ ਆਪਣੀਆਂ ਭਾਵਨਾਵਾਂ ਦਾ ਪ੍ਰਬੰਧਨ ਕਰਨ, ਤਣਾਅ ਦੇ ਨਾਲ ਨਜਿੱਠਣ, ਰਾਈਟ, ਜਾਂ ਮੇਬੀ ਸਿੱਝਣ ਅਤੇ ਇੱਕ ਸੰਤੁਲਿਤ ਜੀਵਨ ਸ਼ੈਲੀ ਬਣਾਈ ਰੱਖਣ ਵਾਸਤੇ ਸ਼ਕਤੀ ਪ੍ਰਦਾਨ ਕਰਦੇ ਨੇ। ਅਗਰ ਅਸੀਂ ਗੱਲ ਕਰੀਏ ਨਾਗਰਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ, ਸਿਵਿਕ ਰਿਸਪੌਂਸਿਬਿਲਿਟੀਜ਼, ਸਿਟੀਜ਼ਨਸ਼ਿਪ ਦੀ ਅਸੀਂ ਗੱਲ ਕਰਦੇ ਹਾਂ। ਜੀਵਨ ਦੇ ਜਿਹੜੇ ਹੁਨਰ ਨੇ ਇਹ ਨਾਗਰਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਤੱਕ ਫੈਲਦੇ ਨੇ। ਉਹ ਹਮਦਰਦੀ, ਸੱਭਿਆਚਾਰਕ ਸੰਵੇਦਨਸ਼ੀਲਤਾ, ਨੈਤਿਕ ਫੈਸਲੇ ਲੈਣਾ, ਸਰਗਰਮ ਨਾਗਰਿਕਤਾ ਵਰਗੇ ਹੁਨਰਾਂ ਨੂੰ ਸ਼ਾਮਿਲ ਕਰਦੇ ਨੇ। ਇਹ ਹੁਨਰ ਜ਼ਿੰਮੇਵਾਰ ਵਿਵਹਾਰ, ਇਹ 'ਚ ਸਾਰਾ ਜਿਹੜੀ ਗੱਲ ਤੁਸੀਂ ਕਰਨੀ ਹੈ ਨਾਗਰਿਕਤਾ ਦੀ, ਸਮਾਜਿਕ ਜ਼ਿੰਮੇਵਾਰੀ ਦੀ ਅਤੇ ਆਪਣੇ ਜ਼ਿੰਮੇਵਾਰੀ ਦੇ ਜਿਹੜੇ ਵਿਵਹਾਰ ਦੀ, ਉਹਦੀ ਤੁਸੀਂ ਗੱਲ ਕਰਨੀ ਕਿ ਸਾਨੂੰ ਉਹਦਾ ਉਤਸ਼ਾਹ ਮਿਲਦਾ ਹੈ, ਰਾਈਟ। ਤੇ ਉਸ ਤੋਂ ਬਾਅਦ ਸਾਡੀ ਆ ਗਈ ਵਿੱਤੀ ਸਾਖਰਤਾ ਯਾਨੀ ਫਾਈਨੈਂਸ਼ੀਅਲ ਲਿਟਰੇਸੀ। ਇਹਦੇ ਬਾਰੇ ਅਸੀਂ ਹੁਣੇ ਗੱਲ ਕੀਤੀ ਹੈ ਕਿ ਸਾਨੂੰ ਆਪਣੇ ਵਿੱਤੀ ਜਿਹੜੇ ਹੈ ਸਾਖਰਤਾ ਦੇ ਬੁਨਿਆਦੀ ਹੁਨਰ ਜਿਹੜੇ ਆ ਉਹ ਸਿੱਖਣੇ ਚਾਹੀਦੇ ਨੇ। ਤੇ ਇਹਦੇ ਵਿੱਚ ਤੁਹਾਡਾ ਆ ਗਿਆ ਹੈ, ਸਾਡਾ ਸਕੋਪ ਵੀ ਆ ਗਿਆ ਹੈ ਤੇ ਕਨਸੈਪਟ ਵੀ ਆ ਗਿਆ ਹੈ ਕਿ ਇਹਦਾ ਜਿਹੜਾ ਸਕੋਪ ਹੈਗਾ, ਅਸੀਂ ਇਹ ਡਿਸਕਸ ਕੀਤਾ ਹੈ ਕਿ ਸਕੋਪ ਯਾਨੀ ਕਿ ਦਾਇਰਾ ਉਹ ਸਿਰਫ ਪਰਸਨਲ ਜਾਂ ਪਰਸਪਰ ਪ੍ਰਬੰਧ ਤੱਕ ਹੀ ਸੀਮਿਤ ਨਹੀਂ ਹੈ।
ਨਿੱਜੀ ਵਿਕਾਸ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਸਾਡੇ ਸਮਾਜਿਕ ਹੁਨਰਾਂ ਵਾਸਤੇ ਵੀ ਜ਼ਰੂਰੀ ਹੈ, ਸਾਡੇ ਸਮੱਸਿਆਵਾਂ ਹੱਲ ਕਰਨ ਵਾਸਤੇ, ਸਾਡੇ ਰੁਜ਼ਗਾਰ ਯੋਗਤਾ ਦੇ ਹੁਨਰ ਵਾਸਤੇ, ਸਿਹਤ ਵਾਸਤੇ, ਨਾਗਰਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਤੱਕ, ਵਿੱਤੀ ਸਾਖਰਤਾ, ਕਿੱਥੇ ਲੈ ਕੇ ਸਾਰੇ ਦੇ ਸਾਰੇ ਜਿਹੜੇ ਹੈਗੇ ਤੁਸੀਂ ਏਰੀਆਸ ਉੱਚ ਕਵਰ ਕਰਕੇ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹੋ। ਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਅੱਜ ਦੇ ਦਿਨ ਵਿੱਚ ਪੰਜਾਬੀ ਵਿੱਚ ਸ਼ੇਅਰ ਕਰਾਂ, ਰਾਈਟ, ਤਾਂ ਕਿ ਤੁਹਾਡਾ ਕੁਝ ਫਾਇਦਾ ਹੋਏ। ਇਸ ਵੀਡੀਓ ਦੇ ਸੁਣਨ ਤੋਂ ਬਾਅਦ, ਇਹਨੂੰ ਦੇਖਣ ਤੋਂ ਬਾਅਦ ਵਿੱਚ ਜ਼ਰੂਰ ਆਪਣੇ ਕਮੈਂਟ ਵਿੱਚ ਜ਼ਰੂਰ ਲਿਖਿਓ, ਰਾਈਟ। ਹੋ ਸਕਦਾ ਹੈ ਕਿ ਪੰਜਾਬੀ ਵਿੱਚ ਬੋਲਣ ਲੱਗਿਆਂ ਜਾਂ ਕੁਝ ਕਰਨ ਲੱਗਿਆਂ ਮੇਰੇ ਕੋਲੋਂ ਕੁਝ ਗਲਤੀਆਂ ਹੋਈਆਂ ਹੋਣ, ਉਹਦੇ ਵਾਸਤੇ ਮੈਂ ਤੁਹਾਡੇ ਕੋਲੋਂ ਮਾਫੀ ਚਾਹਨੀ ਹੈ ਐਂਡ ਥੋੜਾ ਮੋਟੀਵੇਟ ਕਰਨ ਵਾਸਤੇ ਤੁਸੀਂ ਆਪਣੇ ਕਮੈਂਟ ਜ਼ਰੂਰ ਦਿਓ ਕਮੈਂਟ ਬਾਕਸ ਵਿੱਚ, ਤਾਂ ਕਿ ਤੁਹਾਡੇ ਨਾਲ ਅੱਗੇ ਤੋਂ ਮੈਂ ਹੋਰ ਵੀ ਪੰਜਾਬੀ ਦੇ ਵਿੱਚ ਸਾਰੇ ਜਿਹੜੇ ਐਮਐਡ ਦੇ ਵਿਸ਼ੇ ਹੈਗੇ ਆ ਉਹਨਾਂ ਦੀਆਂ ਵੀਡੀਓ ਜਿਹੜੀਆਂ ਹੈਗੀਆਂ ਉਹ ਸ਼ੇਅਰ ਕਰਾਂ। ਤੇ ਮੈਂਟਰਿੰਗ ਦਾ ਮੈਂਟੋਰਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ ਐਂਡ ਆਪਣੇ ਕਮੈਂਟ, ਆਪਣੇ ਰਿਮਾਰਕਸ ਦੇਣਾ ਨਾ ਭੁੱਲਿਓ, ਰਾਈਟ। ਥੈਂਕ ਯੂ, ਹੈਵ ਅ ਨਾਈਸ ਡੇ ਫਰੋਮ ਮੀਨਾਕਸ਼ੀ ਨਰੂਲਾ। ਤੁਹਾਡਾ ਦਿਨ ਸ਼ੁਭ ਹੋਵੇ, ਅਰੇ ਤੁਹਾਨੂੰ ਤੁਹਾਡਾ ਪ੍ਰੀਖਿਆ ਜਿਹੜੀ ਹੈ ਉਹ ਬਹੁਤ ਵਧੀਆ ਜਾਏ, ਸ਼ੁਭ ਕਾਮਨਾਵਾਂ।